बिल लाए ज्यों जल बिहूण मछली तड़फड़ाए। संत का दोखी भूखा नहीं राजै ज्यों पावक ईंधन नहीं त्रापै। संत का दोखी छुटे अकेला ज्यों बुआड़ तिल खेत माहे दुहेला। संत का दोखी धर्म ते रहत संत का दोखी सद मिथ्या कहत। किरत निंदक का तुरही पया नानक जो तिस भावै सोई थिया। नानक जो तिस भावै सोई थिया। वाहिगुरु जी का खालसा वाहिगुरु जी की फतेह। जुगो जुग अटल धन धन साहिब श्री गुरु ग्रंथ साहिब जी दी पावन पवित्र बाणी दे विचों अज दा जो पावन पवित्र शब्द आपां सरवण कीता है साहिब श्री गुरु अर्जन साहिब सच्चे पातशाह जियां वल्लों उच्चारण कीती हुई बाणी श्री सुखमनी साहिब दी 13वीं अष्टपदी का एक 6वां पदा है। 280 अंक ते सुभायमान ने ते सतगुरु जी इस पावन पवित्र शब्द दे विच रब दे प्यारियां दी निंदिया करन वालियां दी हालत बयान करदे ने। संत का दोखी इउं बिल लाए। जे असीं आखीए भी रब दे प्यारे कौन हुंदे ने ते गुरबाणी ने रब दे प्यारियां दे विच सारियां दी गल कीती है। जे असीं कहीए कि संत किसे भेख दा नाम है किसे लिबास दा नाम है ਤਾਂ ਫਿਰ ਕੁਝ ਕੁ ਲੋਕਾਂ ਦਾ ਨਾਮ ਅੱਗੇ ਆਵੇਗਾ। ਪਰ ਜਦੋਂ ਗੁਰਬਾਣੀ ਆਪਾਂ ਪੜ੍ਹਦੇ ਹਾਂ ਤੇ ਗੁਰਬਾਣੀ ਕਹਿੰਦੀ ਹੈ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਇਹਦੇ ਵਿੱਚ ਅਸੀਂ ਸਾਰੇ ਹੀ ਆ ਜਾਂਦੇ ਹਾਂ। ਸੰਤ ਕੋਈ ਵੱਖਰਾ ਨਹੀਂ ਹੁੰਦਾ। पर ਜਦੋਂ ਅਸੀਂ ਨਿੰਦਿਆ ਦੀ ਗੱਲ ਕਰਦੇ ਹਾਂ ਕਿ ਸੰਤ ਕਾ ਦੋਖੀ ਸ਼ਾਇਦ ਕੋਈ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ ਅਸਲ ਦੇ ਵਿੱਚ ਕਿਸੇ ਵੀ ਮਨੁੱਖ ਦੀ ਨਿੰਦਿਆ ਕਰਨ ਵਾਲਾ ਮਨੁੱਖ ਹਮੇਸ਼ਾ ਬਿਲਪਦਾ ਹੀ ਹੈ। ਬਿਲਪੜ ਤੋਂ ਭਾਵ ਹੁੰਦਾ ਹੈ ਕਿ ਹਮੇਸ਼ਾ ਤੜਫਦਾ ਰਹਿੰਦਾ ਹੈ। ਉਹਦਾ ਅੰਦਰ ਉਹਦਾ ਸਾਥ ਨਹੀਂ ਦਿੰਦਾ। ਮੂੰਹ ਤੋਂ ਭਾਵੇਂ ਉਹ ਚੁੱਪ ਹੋਵੇ पर अंदर भैड़ी बिरती जिहड़ी है वो हमेशा ही कुछ ना कुछ चितवदी रहिंदी है। इस करके सानू बार बार गुरबाणी दे विच जिथे ये आख्या गया भी रब नूं मिलण दी ये तेरी वारी है अकाल पुरख परमात्मा नूं मिलण दा ये तेरा समा है ते नाल नाल बचा के भी सानू रखिया है कि इस संसार दे विच ठग भी बहुत होणगे जिहड़े अपने आप नूं कहणगे कि असीं रब दे भगत हां ते जो साडे मुख मंडल तो निकलदा वो सच हुंदा है। असीं रब नूं धारण कीता होया है इस करके तू बचा के चलना है। जिवें भाई गुरदास जी कहंदे ने ना कहंदे पूछत पथक तेह मार्ग ना धारे पग। पर यह तो है ना जे इस रस्ते का सानू पता ना होवे तो असीं पुछदे हां उस रस्ते नूं
ਕਿ ਅਸੀਂ ਫਲਾਣੇ ਰਸਤੇ ਤੇ ਜਾਣਾ ਹੈ ਤੇ ਸਾਨੂੰ ਉਸ ਦਾ ਰਸਤਾ ਦੱਸ ਦਿਓ ਕਿ ਅਸੀਂ ਰਸਤੇ ਰਾਹੀਂ ਜਾ ਪਹੁੰਚ ਸਕਦੇ ਹਾਂ। ਇਵੇਂ ਗੁਰੂ ਸਾਡਾ ਮਾਰਗ ਦਰਸ਼ਨ ਹੈ। ਗੁਰੂ ਨੂੰ ਅਸੀਂ ਪੁੱਛਣਾ ਹੈ ਕਿ ਅਸੀਂ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ। ਅਕਾਲ ਪੁਰਖ ਪਰਮਾਤਮਾ ਜੀ ਦੀ ਬੰਦਗੀ ਹਿਰਦੇ ਦੇ ਵਿੱਚ ਧਾਰਨ ਕਰਨੀ ਹੈ ਤੇ ਸਾਨੂੰ ਤਰੀਕਾ ਦੱਸੋ, ਸਾਨੂੰ ਢੰਗ ਦੱਸੋ। ਫਿਰ ਗੁਰੂ ਸਾਨੂੰ ਢੰਗ ਦੱਸਦੇ ਨੇ, ਤਰੀਕਾ ਦੱਸਦੇ ਹਨ। ਪਰ ਗੁਰਬਾਣੀ ਨੇ ਇਹ ਵਿਚਾਰਿਆ ਕਿ ਜਦੋਂ ਬੰਦੇ ਦਾ ਢੰਗ ਤਰੀਕਾ ਨਾ ਪਤਾ ਹੋਵੇ, ਪੁੱਛਦਾ ਹੈ, ਫਿਰ ਦੱਸਣ ਵਾਲਾ ਇਹਨੂੰ ਦੱਸਦਾ ਵੀ ਹੈ। ਪਰ ਕੀ ਇਹ ਸੱਚਮੁੱਚ ਹੀ ਉਸ ਦੱਸਣ ਵਾਲੇ ਦੇ ਕਹੇ ਅਨੁਸਾਰ ਚੱਲਣ ਲੱਗ ਪੈਂਦਾ ਹੈ? ਕਹਿੰਦੇ ਕਈ ਵਾਰੀ ਇਹ ਵੀ ਮਨ ਦੇ ਵਿੱਚ ਵਿਚਾਰ ਲੈਂਦਾ ਹੈ ਕਿ ਸ਼ਾਇਦ ਰਸਤਾ ਦੱਸਣ ਵਾਲਾ ਕੁਝ ਗਲਤੀ ਨਾ ਦੱਸਦਾ ਹੋਵੇ। ਸੋ ਇਸੇ ਕਰਕੇ ਕਹਿੰਦੇ ਨੇ ਕਿ ਪੁੱਛਤ ਪਥਕ, ਰਸਤਾ ਪੁੱਛਿਆ ਤੇ ਇਹ ਮਾਰਗ ਨਾ ਧਾਰੇ ਪੱਗ, ਤੇ ਉਸ ਮਾਰਗ ਦੇ ਤੇ ਤੁਰਿਆ ਨਹੀਂ। ਪਰ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਕਿ ਅਸੀਂ ਇਸ ਤਰ੍ਹਾਂ ਦੇ ਨਾਲ ਗੱਲਾਂ ਕਰਕੇ ਬੈਠੇ ਇੱਕ ਥਾਂ ਤੇ ਗੱਲਾਂ ਕਰਦੇ ਰਹੀਏ ਕਿ ਮੈਂ ਜਾਣਾ ਹੈ, ਮੈਂ ਪਹੁੰਚਣਾ ਹੈ। ਜਿੰਨਾ ਚਿਰ ਅਸੀਂ ਉਸ ਮਾਰਗ ਤੇ ਪੈਰ ਧਰਿਆ ਨਹੀਂ, ਪੈਂਡੇ ਨੂੰ ਚੱਲਣਾ ਆਰੰਭ ਨਹੀਂ ਕੀਤਾ, ਕਦਮ ਪੁੱਟਣਾ ਆਰੰਭ ਨਹੀਂ ਕੀਤਾ, ਤੇ ਗੱਲਾਂ ਅਸੀਂ ਕਰੀ ਜਾਈਏ, ਕੇਵਲ ਗੱਲਾਂ ਕਰੀ ਜਾਈਏ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕੇਵਲ ਗੱਲਾਂ ਕਰਨ ਦੇ ਨਾਲ, ਕੇਵਲ ਗੱਲਾਂ ਕਰਨ ਦੇ ਨਾਲ, ਬਾਤਾਂ ਕਰਨ ਦੇ ਨਾਲ ਅਸੀਂ ਪ੍ਰਮਾਤਮਾ ਦੇ ਘਰ ਦੇ ਵਿੱਚ ਪਹੁੰਚ ਸਕਦੇ ਹਾਂ। ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਇਹ ਤਾਂ ਇਹ ਇਵੇਂ ਦੀ ਗੱਲ ਹੋ ਗਈ ਕਿ ਜਿਵੇਂ ਕਿਸੇ ਨੇ ਵੈਦ ਨੂੰ ਜਾ ਕੇ ਆਖਿਆ ਮੈਨੂੰ ਔਖਦ ਚਾਹੀਦੀ ਹੈ, ਉਹਨੇ ਦਿੱਤੀ ਔਖਦ, ਦਵਾਈ ਦਿੱਤੀ, ਤੇ ਕਹਿੰਦੇ ਫਿਰ ਉਹਨੇ ਕੁਝ ਪਰਹੇਜ਼ ਵੀ ਤਾਂ ਦੱਸੇ ਹੋਣਗੇ ਨਾ। ਉਹਨੇ ਪਰਹੇਜ਼ ਦੱਸੇ ਪਰ ਬੰਦੇ ਨੇ ਕੀਤਾ ਕੋਈ ਨਹੀਂ। ਇਹਨੇ ਜਾ ਕੇ ਉਲਾਮਾ ਫੇਰ ਉਸ ਡਾਕਟਰ ਨੂੰ, ਉਸ ਵੈਦ ਨੂੰ ਦਿੱਤਾ ਵੀ ਤੇਰੇ ਕਰਕੇ ਮੈਂ ਇੰਨੀ ਦੂਰੋਂ ਚੱਲ ਕੇ ਆਇਆ ਪਰ ਤੇਰੀ ਦਵਾਈ ਨੇ ਕੋਈ ਅਸਰ ਨਾ ਕੀਤਾ। ਉਹ ਵੈਦ ਪੁੱਛਦਾ ਹੈ ਵੀ ਦਵਾਈ ਟਾਈਮ ਸਿਰ ਖਾਧੀ ਹੈ, ਪਰਹੇਜ਼ ਕੀਤਾ ਹੈ? ਜਦੋਂ ਪਰਹੇਜ਼ ਦੀ ਗੱਲ ਆਉਂਦੀ ਹੈ ਫਿਰ ਇਹ ਅਵੇਸਲਾ ਹੋ ਜਾਂਦਾ ਹੈ। ਫਿਰ ਕਹਿੰਦਾ ਵੀ ਨਹੀਂ, ਮੇਰੇ ਤੋਂ ਥੋੜੀ ਜਿਹੀ ਭੁੱਲ ਹੋ ਗਈ, ਕੋਈ ਖਾਧਾ ਮਿੱਠਾ ਖੱਟਾ ਖਾਧਾ ਗਿਆ। ਸੋ ਇਸੇ ਤਰੀਕੇ ਦੇ ਨਾਲ ਕਹਿੰਦੇ ਫਿਰ ਵੈਦ ਦਾ ਗੁਨਾਹ ਕੱਢਿਆ ਜਾਂਦਾ। ਕਹਿੰਦੇ ਵੈਦ ਨੂੰ ਗਲਤ ਆਖਿਆ ਜਾਂਦਾ ਵੀ ਵੈਦ ਤੇਰੇ ਤੋਂ ਇਹ ਰੋਗ ਠੀਕ ਨਹੀਂ ਹੋਇਆ। पूछते हैं वैद खाद औखद न संजम से, औखद दवाई का नाम है, संजम परहेज का नाम है। कहते भी वैद कहता भी तेन संजम के नाल दवाई दी सी भी संजम नाल खानी है, परहेज भी करना है। कैसे मिटे रोग, किवें बंदे का रोग कटिया जाए, सुख सहज समाइए, ते वो बंदा फिर सुख आराम की जिंदगी किवें बतीत करेगा। सो इसे तरीके दे नाल कहंदे संसार दे विच जिन्हां ने रब नूं प्राप्त कीता, अकाल पुरख परमात्मा जियां नूं लभ्या, उन्हां ने ये कह दिता कि हर थां परमात्मा मौजूद है, सब गोबिंद है, सब गोबिंद है, गोबिंद बिन नहीं कोई। हर थां ते अकाल पुरख परमात्मा जी रमिया होया है। ते उन्हां ने उदाहरणां भी दित्तियां कि रमिया किवें होया है। कहते पोहप मद ज्यों बास बस्त है। पोहप का अर्थ हुंदा है फुल, कि जिवें फुल दे विच सुगंधी वसदी है। पोहप मद ज्यों बास बस्त है, बास का अर्थ हुंदा वासना, सुगंधी। मुकर माहे जैसे शाई, मुकर का अर्थ है शीशा, कि जिवें शीशे दे विच साडा दूजा परछावां है, दूसरा चेहरा है, पर उस चेहरे नूं, उस वासना नूं पकड़िया नहीं जा सकता, कैद नहीं किया जा सकता। कोई बंदा उस वासना नूं जां उस शीशे दे विच खड़े हुए परछावे नूं कोई आखे कि मैं पकड़ लवां, कैद कर लवां, पर कैद नहीं किया जा सकता। फुल तोड़ के उस तोड़न तो बाद
ਉਸ ਨੂੰ ਮਲਿਆ ਕੁੱਟਿਆ ਜਾਂਦਾ ਹੈ ਤੇ ਉਹਦੇ ਕੁਝ ਦਵਾਈਆਂ ਕੁਝ ਉਹਦੇ ਵਿੱਚੋਂ ਸੁਗੰਧੀ ਕੱਢੀ ਜਾ ਸਕਦੀ ਹੈ, ਪਰ ਉਹਦੀ ਵਿਚਲੀ ਜਿਹੜੀ ਵਾਸ਼ਨਾ ਹੈ ਹਵਾ ਰਾਹੀਂ ਜਿਹੜੀ ਸਾਨੂੰ ਮਿਲਦੀ ਹੈ ਸੁਗੰਧੀ, ਉਹਨੂੰ ਨਹੀਂ ਕੋਈ ਪਕੜ ਸਕਦਾ ਤੇ ਨਾ ਹੀ ਕਿਸੇ ਨੇ ਅਜੇ ਤੱਕ ਉਹ ਦੇਖੀ ਹੈ। ਪੋਪ ਮਦ ਜਿਉ ਬਾਸ ਬਸਤੇ ਮੁਕਰ ਮੈਂ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ। ਕਹਿੰਦੇ ਤਿਵੇਂ ਹੀ ਅਕਾਲ ਪੁਰਖ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਵਸਦਾ ਹੈ, ਘਟ ਹੀ ਖੋਜੋ ਭਾਈ। ਘਟ ਦਾ ਅਰਥ ਹੁੰਦਾ ਹੈ ਹਿਰਦਾ, ਦਿਲ। ਉਸ ਰੱਬ ਜੀਆਂ ਨੂੰ ਦਿਲ ਦੇ ਵਿੱਚ ਹੀ ਖੋਜਣ ਦਾ ਯਤਨ ਕਰ, ਘਟ ਹੀ ਖੋਜੋ ਭਾਈ। ਤੇ ਕਹਿੰਦੇ ਉਸ ਰੱਬ ਜੀਆਂ ਨੂੰ ਹਿਰਦੇ ਦੇ ਵਿੱਚ ਲੱਭ, ਪਰਮਾਤਮਾ ਨੂੰ ਹਿਰਦੇ ਦੇ ਵਿੱਚ ਲੱਭ। ਤੇ ਹਿਰਦੇ ਦੇ ਵਿੱਚ ਕਿਵੇਂ ਲੱਭਣਾ ਹੈ ਅਸੀਂ ਪਰਮਾਤਮਾ ਨੂੰ? ਅਸੀਂ ਰੱਬ ਨੂੰ ਹਿਰਦੇ ਦੇ ਵਿੱਚੋਂ, ਕਿਉਂਕਿ ਰੱਬ ਤਾਂ ਬਾਹਰੋਂ ਮਿਲਦਾ ਹੈ, ਬਾਹਰੋਂ ਪੜਾਂਗੇ, ਬਾਹਰੋਂ ਸਿੱਖਾਂਗੇ ਤੇ ਆਖਰਕਾਰ ਜਿਹੜਾ ਬਾਹਰੋਂ ਸਿਖਾਉਣ ਵਾਲਾ ਹੈ, ਬਾਹਰ ਦੀ ਵਿਦਿਆ ਪੜਾਉਣ ਵਾਲਾ ਹੈ, ਉਹ ਵੀ ਇੱਕ ਦਿਨ ਇਹ ਕਹਿ ਦਿੰਦਾ ਵੀ ਰੱਬ ਹਿਰਦੇ ਦੇ ਵਿੱਚੋਂ ਹੀ ਪ੍ਰਗਟ ਹੋਣਾ ਹੈ। ਜੇ ਬਾਹਰੋਂ ਨਹੀਂ ਪ੍ਰਗਟ ਹੋਣਾ, ਸਾਨੂੰ ਦਿਸਣਾ ਨਹੀਂ ਹੈ, ਹੋਰ ਕਰਮ ਕਰਨ ਦੇ ਨਾਲ ਰੱਬ ਹਿਰਦੇ ਦੇ ਵਿੱਚੋਂ ਹੀ ਪ੍ਰਗਟ ਹੋਣਾ ਹੈ, ਤੇ ਫਿਰ ਅਸੀਂ ਪੜ੍ਹਦੇ ਕਿਉਂ ਆ, ਵਿਚਾਰਦੇ ਕਿਉਂ ਆ? ਅਸਲ ਦੇ ਵਿੱਚ ਉਹ ਪੜ੍ਹਨਾ, ਉਹ ਵਿਚਾਰਨਾ ਸਾਨੂੰ ਇਹ ਦੱਸਦਾ ਹੈ ਵੀ ਜਿਹੜੀਆਂ ਕਮੀਆਂ ਗੁਰਬਾਣੀ ਨੇ ਤੈਨੂੰ ਦਸੀਆਂ ਹੈ ਉਹ ਕਿਧਰੇ ਤੇਰੇ ਹਿਰਦੇ ਦੇ ਵਿੱਚ ਤਾਂ ਨਹੀਂ ਹੈਗੀਆਂ। ਜੇ ਹੈਗੀਆਂ ਨੇ ਤਾਂ ਫਿਰ ਤੇਰੀ ਪਹੁੰਚ ਪਰਮਾਤਮਾ ਤੱਕ ਨਹੀਂ ਹੋਵੇਗੀ, ਤੂੰ ਉਰੇ ਰਹਿ ਜਾਏਗਾ। ਜਿਸਨੂੰ ਭਗਤ ਬੇਣੀ ਜੀ ਕਹਿੰਦੇ ਨੇ, ਕਹਿੰਦੇ ਤਨ ਚੰਦਨ ਮਸਤਕ ਪਾਤੀ, ਤਨ ਦੇ ਉੱਪਰ ਚੰਦਨ ਲਾ ਲਿਆ, ਤਨ ਚੰਦਨ ਮਸਤਕ ਪਾਤੀ, ਤੇ ਮੱਥੇ ਦੇ ਉੱਪਰ ਤਿਲਕ ਲਾ ਲੇ। ਰਿੱਧ ਅੰਤਰ ਕਰ ਕਲ ਕਾਤੀ। ਕੋਈ ਜ਼ਰੂਰੀ ਨਹੀਂ ਹੈ ਕਿ ਜਿਸ ਬੰਦੇ ਨੇ ਧਾਰਮਿਕ ਚਿੰਨ੍ਹ ਧਾਰਨ ਕੀਤਾ ਹੋਵੇ ਉਹ ਧਰਮੀ ਹੀ ਹੋਵੇ, ਉਹ ਧਰਮੀ ਹੋਵੇ। ਇਸ ਕਰਕੇ ਗੁਰਬਾਣੀ ਨੇ ਕਿਹਾ ਵੀ ਲਿਬਾਸ ਤੇ ਨਾ ਜਾਈ। ਲਿਬਾਸ ਤੇ ਜਾਵੇਂਗਾ ਤੇ ਹੋ ਸਕਦਾ ਹੈ ਤੈਨੂੰ ਭੁਲੇਖਾ ਲੱਗ ਜਾਵੇ। ਜਿਸ ਨੂੰ ਗੁਰਬਾਣੀ ਕਹਿੰਦੀ ਹੈ ਕਿ चिट्टे जिनके कपड़े मैले चित कठोर, ऐसे संत ना मोको भावे डाला सो पेडा कटकावे। कहते एहो जे रब दे प्यारे, एहो जे संत मैनू चंगे नहीं लगते ਜਿਹੜੇ ਬੰਦਿਆਂ ਨੂੰ ਠੱਗ ਲੈਂਦੇ ਨੇ, ਭਾਵ ਕਿ ਜਿਵੇਂ ਸਮੁੱਚਾ ਪੇੜ ਹੀ ਕਿਸੇ ਨੇ ਖਾ ਲਿਆ ਹੋਵੇ। ਬਹੁਤੇ ਲੋਕ ਫਲ ਖਾਂਦੇ ਨੇ ਨਾ, ਪਰ ਕਹਿੰਦੇ ਨੇ ਕਈ ਵਾਰੀ ਐਵੇਂ ਵੀ ਹੁੰਦਾ ਕਿ ਬੰਦਾ ਸਾਰਾ ਰੁੱਖ ਹੀ ਖਾ ਜਾਵੇ। ਇਹ ਠੱਗ ਲੋਕ ਕੀ ਕਰਦੇ ਨੇ, ਧਾਰਮਿਕ ਲੋਕ ਕੀ ਕਰਦੇ ਨੇ, ਕਹਿੰਦੇ ਬੰਦਾ ਹੀ ਖਾ ਜਾਂਦੇ ਨੇ। ਬੰਦਾ ਖਾਣ ਤੋਂ ਕੀ ਭਾਵ ਹੁੰਦਾ? ਉਹਨੂੰ ਵਹਿਮ ਭਰਮ ਦੇ ਵਿੱਚ ਪਾ ਛੱਡਣਾ, ਉਹਨੂੰ ਕਹਿ ਦੇਣਾ ਵੀ ਤੂੰ ਸਵੇਰੇ ਉੱਠ ਕੇ ਇੰਨੇ ਵਜੇ ਇਸ਼ਨਾਨ ਕਰਨਾ, ਇੱਥੇ ਦਾਨ ਕਰਨਾ, ਆਹ ਕਰਨਾ, ਕਾਲਾ ਕੱਪੜਾ ਤੈਨੂੰ ਚੰਗਾ ਨਹੀਂ ਲੱਗਦਾ, ਤੂੰ ਨੀਲਾ ਪਾਇਆ ਕਰ, ਖੱਟਾ ਪਹਿਨਿਆ ਕਰ। ਇਵੇਂ ਦੇ ਕਰਕੇ ਉਹਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਛੱਡਣਾ। ਜਦੋਂ ਤੱਕ ਉਹ ਬੰਦਾ ਮਰ ਨਹੀਂ ਜਾਂਦਾ ਉਹਨਾਂ ਚਿਰ ਵਹਿਮ ਭਰਮ ਉਹਦਾ ਪਿੱਛਾ ਨਹੀਂ ਛੱਡਦੇ। ਇਸ ਕਰਕੇ ਗੁਰਬਾਣੀ ਕਹਿੰਦੀ ਹੈ ਹਿਰਦੇ ਅੰਤਰ ਕਲ ਕਾਤੀ। ਹਿਰਦੇ ਦੇ ਵਿੱਚ, ਤੇਰੇ ਹਿਰਦੇ ਦੇ ਵਿੱਚ ਇੱਕ ਕੈਂਚੀ ਚੱਲਦੀ ਹੈ ਕੱਟਣ ਵਾਸਤੇ, ਕੈਂਚੀ ਕੱਟਦੀ ਹੈ ਨਾ। ਹਿਰਦੇ ਅੰਤਰ ਕਲ ਕਾਤੀ, ਤੇ ਹਿਰਦੇ ਦੇ ਵਿੱਚ ਹਮੇਸ਼ਾ ਤੇਰੇ ਕੈਂਚੀ ਚੱਲਦੀ ਰਹਿੰਦੀ ਹੈ ਕਿ ਕਿਵੇਂ ਨਾ ਕਿਵੇਂ ਬੰਦੇ ਨੂੰ ਠੱਗਿਆ ਜਾਵੇ, ਇਹਦੇ ਤੋਂ ਕੁਛ ਨਾ ਕੁਛ ਲੁੱਟਿਆ ਜਾਵੇ। ਠੱਗ ਦਿਸ਼ਟ ਬੱਗਾ ਲਿਵ ਲਾਗਾ। ਕਹਿੰਦੇ ਨੇ ਵੇਖੋ ਹੈ ਤੇਰੀ ਬਿਰਤੀ ਠੱਗਾਂ ਵਾਲੀ। ਠੱਗ ਦਿਸ਼ਟ, ਦਿਸ਼ਟ ਦਾ ਅਰਥ ਹੁੰਦਾ ਹੈ ਦ੍ਰਿਸ਼ਟੀ, ਸੁਭਾਅ। ਤੇਰੀ ਜਿਹੜੀ ਸੁਭਾਅ, ਜਿਹੜੀ ਬਿਰਤੀ ਹੈ ਉਹ ਠੱਗਾਂ ਵਾਲੀ ਹੈ। ਠੱਗ ਦਿਸ਼ਟ ਬੱਗਾ, ਬੱਗਾ ਦਾ ਭਾਵ ਹੁੰਦਾ ਹੈ ਬੰਗਲਾ, ਪੰਛੀ ਹੈ ਇੱਕ। ਕਿਉਂਕਿ ਜੇ ਬੰਗਲਾ ਆਪਾਂ ਆਖਾਂਗੇ ਤੇ ਬੰਗਲਾ ਘਰ ਨੂੰ ਵੀ ਕਿਹਾ ਜਾਂਦਾ ਹੈ। ਕਹਿੰਦੇ ਨੇ ਠੱਗ ਦਿਸ਼ਟ ਬੱਗਾ ਲਿਵ ਲਾਗਾ, ਦੇਖ ਵੈਸ਼ਨੋ ਪ੍ਰਾਣ ਮੁਖ ਭਾਗਾ।
ਤੇ ਕਈ ਵਾਰੀ ਤੂੰ ਇੰਨਾ ਸ਼ਾਂਤ ਰਹਿਣਾ ਮੁਖ ਤੋਂ ਕਿ ਵੇਖਣ ਵਾਲਾ ਇਉਂ ਸਮਝਦਾ ਹੈ ਕਿ ਇਹਦੇ ਤਾਂ ਮੂੰਹ ਦੇ ਵਿੱਚ ਪ੍ਰਾਣ ਹੀ ਨਹੀਂ ਹੈਗੇ, ਭਾਵ ਕਿ ਸਵਾਸਾਂ ਤੋਂ ਬਿਨਾਂ ਹੀ ਚੱਲਦਾ ਪਿਆ ਹੈ, ਉੱਚਾ ਬੋਲਦਾ ਹੀ ਨਹੀਂ ਹੈ। ਇੰਨਾ ਵੱਡਾ ਸਾਧੂ ਹੈ, ਬੜੀ ਪਿਆਰੀ ਬੋਲੀ ਬੋਲਦਾ ਹੈ, ਬੜਾ ਮਿੱਠਾ ਬੋਲਦਾ ਹੈ। ਠੱਗ ਦਿਸ਼ਟ ਬੱਗਾ ਮੁਖ ਭਾਗਾ, ਕਹਿੰਦੇ ਨੇ ਤੇ ਜਿਹੜਾ ਮੁਖ ਤੇਰਾ ਨਾ ਉਹ ਇਉਂ ਹੈ ਵੀ ਜਿਵੇਂ ਤੇਰੇ ਮੁਖ ਦੇ ਵਿੱਚ ਸਵਾਸ ਹੀ ਨਾ ਹੋਣ। ਠੱਗ ਦਿਸ਼ਟ ਬੱਗਾ ਲਿਵ ਲਾਗਾ, ਦੇਖ ਵੈਸ਼ਨੋ, ਵੈਸ਼ਨੋ ਤੋਂ ਭਾਵ ਹੈ ਕਿ ਆਪਣੇ ਆਪ ਨੂੰ ਆਖਣਾ ਕਿ ਨਹੀਂ ਮੈਂ ਬਹੁਤ ਉੱਗਾ ਸਾਧੂ ਹਾਂ, ਮੈਂ ਕਦੀ ਇਹੋ ਜਿਹੇ ਕੋਈ ਕਰਮ ਨਹੀਂ ਕਰਦਾ, ਮੀਟ ਨਹੀਂ ਖਾਂਦਾ ਜੀ, ਮੈਂ ਇਹ ਕਰਮ ਨਹੀਂ ਕਰਦਾ। ਗੁਰਬਾਣੀ ਕਹਿੰਦੀ ਮਾਤਾ ਪਿਤਾ ਰਕਤ ਨਿਪੁੰਨੇ ਮੱਛੀ ਮਾਸ ਨਾ ਖਾਈ। ਮਾਤਾ ਪਿਤਾ ਦੀ ਸਾਰੀ ਰਕਤ ਪੀ ਗਿਆ ਤੇ ਵੱਡਾ ਹੋ ਕੇ ਧਰਮੀ ਬਣ ਕੇ ਕਹਿੰਦਾ ਜੀ ਮੈਂ ਮੱਛੀ ਮੀਟ ਨਹੀਂ ਖਾਂਦਾ। ਇਹੋ ਜਿਹੇ ਧਰਮ ਕਰਮ ਕਰਨ ਲੱਗ ਪਿਆ, ਕਦੀ ਭੋਜਨ ਛੱਡ ਦਿੰਦਾ ਹੈ, ਕਦੀ ਰੋਟੀ ਛੱਡ ਦਿੰਦਾ ਹੈ। ਫਿਰ ਕਹਿੰਦੇ ਨੇ ਕੱਲ ਭਗਵਤ ਬਾਦ ਚਿਰਾਵੰ, ਮੂਰਤੀ ਅੱਗੇ ਖੜ ਕੇ ਜਾਂ ਰੱਬ ਦਾ ਕੋਈ ਬਣਾਇਆ ਹੋਇਆ ਵੱਖਰਾ ਕੋਈ ਅਸਥਾਨ, ਉੱਥੇ ਖੜ ਕੇ ਬੜਾ ਚਿਰ ਕਹਿੰਦੇ ਨੇ ਖਲੋਤਾ ਰਹਿੰਦਾ ਹੈ, ਅਰਦਾਸ ਬੜਾ ਚਿਰ ਕਰਦਾ ਰਹਿੰਦਾ ਹੈ, ਬਹੁਤ ਲੰਬਾ ਸਮਾਂ ਉੱਥੇ ਖੜ ਕੇ ਖਲੋਤਾ ਰਹਿੰਦਾ ਹੈ। ਕੱਲ ਭਗਵਤ ਬਾਦ ਚਿਰਾਵੰ ਕਰੂਰ ਦਿਸ਼ਟ ਰਸਤਾ ਨਿਸਬਾਦੰ। ਕਰੂਰ ਦਾ ਅਰਥ ਹੁੰਦਾ ਹੈ ਇਹਦੀ ਦੇਖਣੀ ਕਰੂਰ ਹੈ, ਭੈੜੀ ਹੈ ਇਹਦੀ ਦੇਖਣੀ। ਨਿਸਬਾਦੰ ਦਿਨ ਰਾਤ ਇਹਦੀ ਦੇਖਣੀ ਜਿਹੜੀ ਹੈ ਉਹ ਭੈੜੀ ਹੈ, ਕਰੂਰ ਹੈ, ਝੂਠ ਵਾਲੀ ਹੈ। ਇਵੇਂ ਹੁੰਦਾ ਨਾ, ਅਸੀਂ ਜਾਣੇ ਤਾਂ ਮੰਦਿਰ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ, ਉੱਥੇ ਪਹੁੰਚ ਕੇ ਸਾਡੇ ਨਾਲ ਕਈ ਵਾਰੀ ਇਵੇਂ ਵੀ ਹੁੰਦਾ ਹੈ, ਪੜ੍ਹਨ ਨੂੰ ਵੀ ਮਿਲਦਾ ਹੈ, ਸੁਣਨ ਨੂੰ ਵੀ ਮਿਲਦਾ, ਤੇ ਅੱਜ ਦਾ ਸਮਾਂ ਹੀ ਮੀਡੀਆ ਦਾ ਹੈ। ਤੇ ਕਈ ਵਾਰੀ ਉੱਥੇ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਹੈ। ਗਏ ਤਾਂ ਅਸੀਂ ਮੱਥਾ ਟੇਕਣ ਵਾਸਤੇ, ਰੱਬ ਦਾ ਨਾਮ ਲੈਣ ਵਾਸਤੇ, ਪਰ ਉੱਥੇ ਜਿਹੜੇ ਬੈਠੇ ਹੋਏ ਲੋਕ ਸਨ, ਇਹ ਛਪਾਈ ਹੋਈ ਗੱਲ ਨਹੀਂ ਤੇ ਨਾ ਹੀ ਛਪਾਈ ਜਾ ਸਕਦੀ ਹੈ ਵੀ ਲਿਬਾਸ ਧਰਮੀ। ਕਈ ਵਾਰੀ ਆਪਾਂ ਲਿਬਾਸ, ਪਰ ਇਹ ਵੀ ਤਾਂ ਗੱਲ ਸੱਚ ਹੈ ਨਾ, ਲਿਬਾਸ ਤੋਂ ਬਿਨਾਂ ਅਸੀਂ ਕਿਵੇਂ ਪਹਿਚਾਣਾਂਗੇ ਵੀ ਇਹ ਧਰਮੀ ਹੈ। ਸੋ ਲਿਬਾਸ ਇੱਕ ਧਰਮ ਦਾ ਚਿੰਨ੍ਹ ਹੈ, ਪਰ ਕਈਆਂ ਨੇ ਕੇਵਲ ਇਸ ਨੂੰ ਧਰਮ ਤੱਕ, ਚਿੰਨ੍ਹ ਤੱਕ ਹੀ ਸੀਮਤ ਰੱਖਿਆ ਹੋਇਆ ਹੈ। ਅੰਦਰ ਦਇਆ ਧਰਮ ਵਾਲੀ ਕੋਈ ਗੱਲ ਨਹੀਂ ਹੈਗੀ, ਅੰਦਰ ਕੁਝ ਵੀ ਨਹੀਂ ਹੈਗਾ, ਸਿਰਫ ਇਹ ਚਿੰਨ੍ਹ ਹੀ ਧਾਰਨ ਕਰਕੇ ਰੱਖੇ ਨੇ। ਤੇ ਭਗਤ ਬੇਣੀ ਜੀ ਕਹਿੰਦੇ ਵੀ ਬੜਾ ਚਿਰ ਸਮਾਧੀ ਲਾ ਕੇ ਬੈਠਾ ਰਹਿੰਦਾ ਹੈ, ਬੜਾ ਚਿਰ ਰੱਬ ਦਾ ਧਰਮੀ ਬਣ ਕੇ ਹੱਥ ਜੋੜ ਕੇ ਖੜਾ ਰਹਿੰਦਾ ਹੈ, ਬਹੁਤ ਚਿਰਾਂ ਤੱਕ। ਕਰੂਰ ਦਿਸ਼ਟ, ਪਰ ਇਹਦੀ ਦੇਖਣੀ ਕਰੂਰ ਹੈ, ਇਹਦੀ ਦੇਖਣ ਦੇ ਵਿੱਚ, ਇਹਦੀ ਬਿਰਤੀ ਦੇ ਵਿੱਚ ਝੂਠ ਹੈ, ਮੰਦ ਕਰਮੀ ਹੈ। ਰਤਾ ਨਿਸਬਾਦਨ, ਤੇ ਕਹਿੰਦੇ ਨੇ ਫਿਰ ਕੀ ਕਰਦਾ ਹੈ, ਨਿਤ ਪ੍ਰਤ ਇਸ਼ਨਾਨ ਸਰੀਰੰ, ਹਰ ਵਕਤ ਇਸ ਸਰੀਰ ਨੂੰ ਇਸ਼ਨਾਨ ਕਰਾਉਂਦਾ ਹੈ। ਇਸ਼ਨਾਨ ਦੇ ਨਾਲ ਪਵਿੱਤਰਤਾ ਹੈ, ਸਰੀਰ ਠੀਕ ਰਹਿੰਦਾ ਹੈ, ਪਵਿੱਤਰ ਰਹਿੰਦਾ ਹੈ। ਪਰ ਇਸ਼ਨਾਨ ਨਾਲ ਰੱਬ ਨਹੀਂ ਮਿਲਿਆ ਕਰਦਾ। ਜੇ ਕੋਈ ਬੰਦਾ ਆਖੇ ਵੀ ਇਕੱਲੇ ਇਸ਼ਨਾਨ ਕਰਨ ਦੇ ਨਾਲ ਹੀ ਮੈਨੂੰ ਪ੍ਰਮਾਤਮਾ ਮਿਲ ਜਾਵੇ, ਤੇ ਗੁਰਬਾਣੀ ਨੇ ਇਹ ਗੱਲ ਸਪਸ਼ਟ ਕੀਤੀ ਹੈ, ਜਲ ਕੇ ਮੱਜਨ ਜੇ ਗਤ ਹੋਵੇ। ਪਾਣੀ ਦੇ ਵਿੱਚ ਮੱਜਣ ਦਾ ਅਰਥ ਹੁੰਦਾ ਹੈ ਇਸ਼ਨਾਨ ਕਰਨਾ। ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੈਂਡੁਕ, ਮੈਂਡੁਕ ਉਹ ਜਿਹੜੀ ਡੱਡ ਹੈ, ਡੱਡੂ, ਉਹ ਹੁਣ ਪਾਣੀ ਦੇ ਵਿੱਚ ਨਿਤ ਹਰ ਵਕਤ ਨਹਾਉਂਦੀ ਰਹਿੰਦੀ ਹੈ, ਉਹਦੇ ਵਰਗ ਜਿੰਨਾ ਤਾਂ ਇਸ਼ਨਾਨ ਹੀ ਨਹੀਂ ਕੋਈ ਕਰਦਾ। ਫਿਰ ਇਹ ਸਾਨੂੰ ਤੋੜਿਆ ਨਹੀਂ ਜਾ ਰਿਹਾ, ਸੁਚੇਤ ਕੀਤਾ ਜਾ ਰਿਹਾ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਨਹੀਂ, ਗੁਰਬਾਣੀ ਜਿਹੜੀ ਹੈ ਉਹ ਸ਼ਰਧਾ ਦੇ ਨਾਲ ਪੜ੍ਹਨੀ ਹੈ, ਸ਼ਰਧਾ ਦੇ ਵਸ ਹੋ ਕੇ ਰੱਬ ਪ੍ਰਾਪਤ ਹੁੰਦਾ ਹੈ। ਤੇ ਜੇ ਕਈ ਵਾਰੀ ਬੰਦੇ ਕਹਿ ਦਿੰਦੇ ਨਹੀਂ, ਸਾਨੂੰ ਧਰਮ ਦੇ ਉੱਪਰ ਤਰਕ ਨਹੀਂ ਕਰਨਾ ਚਾਹੀਦਾ, ਪਰ ਜਿਹੜਾ ਸ਼ਬਦ ਭਗਤ ਬੇਣੀ ਜੀ ਸਾਨੂੰ ਦੱਸ ਰਹੇ ਆ, ਇਹ ਸਾਰਾ ਹੀ ਤਰਕ ਨਾਲ ਭਰਿਆ ਹੋਇਆ ਹੈ। ਇਹਦੇ ਵਿੱਚ ਤਾਂ ਸ਼ਰਧਾ ਵਾਲੀ ਕੋਈ ਗੱਲ ਨਹੀਂ ਹੈਗੀ, ਸਾਰਾ ਹੀ ਤਰਕ ਨਾਲ ਭਰਿਆ ਹੋਇਆ ਹੈ। ਇਹ ਤਰਕ ਹੀ ਹੈ ਨਾ ਵੀ ਠੱਗ ਬੀਰਤੀ ਹੈ ਤੇਰੀ, ਬੜਾ ਚਿਰ ਸਮਾਧੀ ਲਾ ਕੇ ਖੜਾ ਰਹਿਣਾ, ਧਾਰਮਿਕ
ਕਰਮ ਵੀ ਕਰਦਾ ਹੈ, ਚੰਦਨ ਲਾਉਣਾ ਹੈ, ਹੋਰ ਕਈ ਕਰਮ ਕਰਦਾ ਹੈ। ਕਹਿੰਦੇ ਨੇ ਨਿਤ ਪ੍ਰਤ ਇਸ਼ਨਾਨ ਸਰੀਰੰ ਦੋਇ ਧੋਤੀ ਕਰਮ ਮੁਖ ਖੀਰੰ। ਦੋ ਧੋਤੀਆਂ ਪਹਿਨ ਲਈਆਂ ਤੇ ਕਰਮ ਕੀ ਕੀਤਾ ਕਿ ਮੈਂ ਦੁੱਧਾ ਧਾਰੀ ਹਾਂ, ਕੇਵਲ ਦੁੱਧ ਪੀਣਾ ਵਾ, ਮੈਂ ਰੋਟੀ ਨਹੀਂ ਖਾਂਦਾ। ਭਾਵ ਕਿ ਭੋਜਨ ਛੱਡ ਕੇ ਰੱਬ ਨੂੰ ਪ੍ਰਾਪਤ ਕੀਤਾ ਜਾ ਰਿਹਾ ਹੈ। ਰੱਬ ਜੀਆਂ ਦੀ ਦਿੱਤੀ ਦਾਤ ਛੱਡ ਕੇ ਰੱਬ ਨੂੰ ਮਿਲਣਾ ਚਾਹ ਰਿਹਾ ਬੰਦਾ। ਰੱਬ ਨੇ ਰਿਜ਼ਕ ਖਾਣ ਵਾਸਤੇ ਦਿੱਤਾ, ਇਸ ਬੰਦੇ ਨੇ ਰਿਜ਼ਕ ਛੱਡ ਕੇ ਹੀ ਰੱਬ ਨੂੰ ਲੱਭਣਾ ਚਾਹਿਆ। ਹੁਣ ਰੱਬ ਇਹਨੂੰ ਮਿਲੇਗਾ ਜਾਂ ਰੱਬ ਇਹਨੂੰ ਸਮਝਾਏਗਾ? ਕੀ ਕਰੇਗਾ ਰੱਬ? ਰੱਬ ਵੀ ਫਸ ਗਿਆ ਵਿਚਾਰਾ। ਰਿਜ਼ਕ ਰੋਟੀ ਇਹਨੂੰ ਖਾਣ ਵਾਸਤੇ ਦਿੱਤੀ, ਇਹ ਰੋਟੀ ਛੱਡ ਕੇ ਰੱਬ ਨੂੰ ਲੱਭਣਾ ਚਾਹੁੰਦਾ ਹੈ। ਉਲਟਾ ਹੋ ਗਿਆ ਨਾ ਕਰਮ। ਇਸ ਕਰਕੇ ਕਹਿੰਦੇ ਨੇ ਮੁੱਖ ਤੋਂ ਇਹ ਕਹਿੰਦਾ ਵੀ ਦੋ ਧੋਤੀਆਂ ਪਹਿਨ ਲਈਆਂ। ਧੋਤੀਆਂ ਤੋਂ ਭਾਵ ਇਹ ਨਹੀਂ ਕਿ ਕਿਸੇ ਖਾਸ ਧਰਮ ਦੀ ਗੱਲ ਕੀਤੀ ਹੈ, ਅਸਲ ਦੇ ਵਿੱਚ ਗੱਲ ਉਹਨਾਂ ਦੀ ਕੀਤੀ ਹੈ ਜਿਨ੍ਹਾਂ ਨੇ ਧਾਰਮਿਕ ਲਿਬਾਸ ਪਹਿਨੇ ਪਰ ਰੱਬ ਦਾ ਨਾਮ ਕੋਈ ਨਹੀਂ ਸੀ, ਸਿਰਫ ਠੱਗਿਆ ਲੋਕਾਂ ਨੂੰ। ਉਹ ਭਾਵੇਂ ਕੋਈ ਵੀ ਹੋਵੇ, ਕਿਸੇ ਵੀ ਧਰਮ ਦਾ ਹੋ ਸਕਦਾ ਹੈ। ਤੇ ਕਹਿੰਦੇ ਨੇ ਸਿਲ ਪੂਜਸ ਚੱਕਰ ਗਣੇਸ਼ਨ। ਸਿਲ ਦਾ ਅਰਥ ਹੁੰਦਾ ਹੈ ਪੱਥਰ ਦੀ ਪੂਜਾ ਕੀਤੀ। ਚੱਕਰ ਗਣੇਸ਼ਨ, ਗਣੇਸ਼ ਦਾ ਮਸਤਕ ਤੇ ਚੱਕਰ ਬਣਾਇਆ। ਤੇ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਨਿਸ ਜਾਗਸ ਭਗਤ ਪ੍ਰਵੇਸ਼ਨ। ਰਾਤ ਨੂੰ ਫਿਰ ਜਾਗਦਾ ਹੈ ਤੇ ਭਗਤੀ ਦੇ ਵਿੱਚ ਕਹਿੰਦਾ ਮੈਂ ਪ੍ਰਵੇਸ਼ ਕਰਦਾ ਹੈ। ਹੁਣ ਮੈਂ ਭਗਤੀ ਦੇ ਵਿੱਚ ਰੱਤਾ ਜਾਣਾ ਹੈ, ਭਗਤੀ ਕਰਨੀ ਹੈ। ਔਰ ਕਈ ਤਾਂ ਇਹ ਕਹਿੰਦੇ ਵੀ ਅਸੀਂ ਇੱਕ ਲੱਤ ਤੇ ਖੜ ਕੇ ਭਗਤੀ ਕਰਦੇ ਹਾਂ, ਅਸੀਂ ਇੰਨੀ ਭਗਤੀ ਕਰਦੇ ਹਾਂ। ਇੱਕ ਭਗਤ ਬੇਣੀ ਜੀ ਦਾ ਸ਼ਬਦ ਹੈ, ਸਿਲ ਪੂਜਸ ਚੱਕਰ ਗਣੇਸ਼ਨ ਨਿਸ ਜਾਗਤ ਭਗਤ ਪ੍ਰਵੇਸ਼ਨ। ਤੇ ਉਹ ਕਹਿੰਦੇ ਨੇ ਵੀ ਕੁਝ ਲੋਕ ਇਹ ਵੀ ਮੰਨਦੇ ਹੋਣਗੇ ਵੀ ਰਚ ਨੱਚ ਕੇ ਨਾ ਕਿਸੇ ਨੇ ਰੱਬ ਨੂੰ ਲੱਭ ਲਿਆ, ਨੱਚ ਨੱਚ ਕੇ ਰੱਬ ਨੂੰ ਲੱਭ ਲਿਆ। ਭਗਤ ਬੇਣੀ ਜੀ ਕਹਿੰਦੇ ਪੱਗ ਨਾਚਸ ਚਿੱਤ ਅਕਰਮੰ। ਪੱਗ ਦਾ ਅਰਥ ਹੁੰਦਾ ਹੈ ਪੈਰ, ਪੈਰਾਂ ਦੇ ਵਿੱਚ ਕਹਿੰਦੇ ਪਾ ਕੇ ਘੁੰਗਰੂ ਤੇ ਨੱਚਣ ਲੱਗ ਪਿਆ। ਪੱਗ ਨਾਸ ਚਿੱਤ ਅਕਰਮੰ। ਇਹ ਲੰਪਟ ਨਾਚ ਅਧਰਮੰ। ਕਹਿੰਦੇ ਇਹ ਬੰਦਿਆ ਨੱਚਣਾ ਅਧਰਮ ਹੈ, ਧਰਮ ਨਹੀਂ ਹੈਗਾ। ਇਹ ਜਿਹੜਾ ਨੱਚਣ ਦਾ ਜੋ ਕੰਮ ਫੜਿਆ, ਇਹ ਲੰਪਟ ਨਾਚ ਅਧਰਮੰ। ਨੱਚ ਨੱਚ ਕੇ ਤੂੰ ਕਹਿੰਦਾ ਮੈਂ ਨੱਚ ਕੇ ਰੱਬ ਨੂੰ ਲੱਭ ਲਵਾਂ, ਇਹ ਧਰਮ ਨਹੀਂ ਹੈਗਾ, ਇਹ ਅਧਰਮ ਹੈ। ਇਹ ਕੋਈ ਰੱਬ ਨੂੰ ਲੱਭਣ ਦੀ ਕੋਈ ਮਰਿਆਦਾ ਨਹੀਂ ਹੈਗੀ, ਜਾਂ ਰੱਬ ਨੂੰ ਪ੍ਰਾਪਤ ਕਰਨ ਦਾ ਕੋਈ ਢੰਗ ਨਹੀਂ ਹੈਗਾ। ਫਿਰ ਕਹਿੰਦੇ ਵੀ ਆਖਰਕਾਰ ਫਿਰ ਰੱਬ ਲੱਭੇ ਕਿਵੇਂ? ਪ੍ਰਮਾਤਮਾ ਲੱਭੇ ਕਿਵੇਂ? ਫਿਰ ਅਸੀਂ ਪ੍ਰਮਾਤਮਾ ਨੂੰ ਲੱਭ ਕਿਵੇਂ ਸਕਦੇ ਹਾਂ? ਮ੍ਰਿਗ ਆਸਨ ਤੁਲਸੀ ਮਾਲਾ। ਕਹਿੰਦੇ ਨੇ ਮ੍ਰਿਗ ਦੇ ਆਸਣ ਦੇ ਉੱਪਰ ਮ੍ਰਿਗ ਦੀ ਖੱਲ, ਮ੍ਰਿਗ ਹਿਰਨ ਦੀ ਖੱਲ ਦਾ ਇੱਕ ਕੱਪੜਾ ਬਣਾਇਆ, ਉਹਦੇ ਉੱਪਰ ਆਸਣ ਕੀਤਾ। ਮ੍ਰਿਗ ਆਸਨ ਤੁਲਸੀ ਮਾਲਾ। ਤੁਲਸੀ ਦੀ ਮਾਲਾ ਗਲ ਦੇ ਵਿੱਚ ਪਹਿਨੀ। ਤੇ ਰੱਬ ਫਿਰ ਪ੍ਰਾਪਤ ਕਿਵੇਂ ਹੋ? ਭਗਤ ਬੇਣੀ ਜੀ ਕਹਿੰਦੇ ਕਹੋ ਬੇਣੀ ਤਤ ਅਬੀਨਿਆ। ਕਹਿੰਦੇ ਨੇ ਇਹ ਤਤ ਦੀ ਮੈਂ ਤੁਹਾਨੂੰ ਗੱਲ ਦੱਸਦਾ ਹੈ ਕਿ ਜਿਹੜਾ ਪਰਮਾਤਮਾ ਹੈ ਉਹ ਸਤਿਗੁਰੂ ਤਤ, ਸਤਿਗੁਰੂ ਤੋਂ ਮਿਲਣਾ ਹੈ ਸਾਨੂੰ, ਸਤਿਗੁਰੂ ਦੇ ਰਾਹੀਂ, ਸ਼ਬਦ ਦੇ ਰਾਹੀਂ। ਤੇ ਸ਼ਬਦ ਫਿਰ ਸਾਨੂੰ ਕਿਤੇ ਪਹੁੰਚਾ ਸਕਦਾ ਹੈ। ਕਹੋ ਬੇਣੀ ਤਤ ਵਿਚਾਰੇ ਬਿਨ ਸਤਿਗੁਰ ਬਾਟ ਨਾ ਪਾਵੇ। ਬਿਨਾਂ ਸਤਿਗੁਰੂ ਤੋਂ ਕੋਈ ਬਾਟ ਨਹੀਂ ਪਾ ਸਕਦਾ, ਰਸਤਾ ਨਹੀਂ ਲੱਭ ਸਕਦਾ। ਸੋ ਇਸ ਕਰਕੇ ਗੁਰਬਾਣੀ ਕਹਿੰਦੀ ਹੈ ਸੰਤ ਕਾ ਦੋਖੀ ਇਉਂ ਬਿਲ ਲਾਏ। ਜਿਹੜਾ ਅਸੀਂ ਕਹਿ ਦਿੰਦੇ ਮਹਾਂਪੁਰਸ਼ਾਂ ਦੀ ਨਿੰਦਿਆ ਨਹੀਂ ਕਰਨੀ, ਪਰ ਜਿਹੜੀ ਗੁਰਬਾਣੀ ਉਹ ਸਾਨੂੰ ਸਮਝਾਉਂਦੀ ਹੈ ਵੀ ਮਾਰਗ ਤੇ ਚੱਲੇਗਾ, ਸਮਾਂ ਬਹੁਤ ਥੋੜਾ ਹੈ। ਚੱਲਿਆ ਵੀ ਮਾਰਗ ਦੇ ਉੱਤੇ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਤੁਰ ਵੀ ਪਿਆ ਹੈ ਤੇ ਸਮਾਂ ਬਹੁਤ ਘੱਟ ਹੈ। ਇਸ ਕਰਕੇ ਤੂੰ ਸੁਚੇਤ ਹੋ ਕੇ ਬਿਲਕੁਲ ਸਮੇਂ ਨੂੰ ਸਫਲ ਕਰਕੇ ਚੱਲਣਾ ਹੈ। ਫਿਰ ਜਿਨ੍ਹਾਂ ਨੇ ਰੱਬ ਨੂੰ ਲੱਭ ਲਿਆ, ਪ੍ਰਾਪਤ ਕਰ ਲਿਆ, ਤੇ ਉਹਨਾਂ ਲੋਕਾਂ ਦੀ ਫਿਰ ਨਾ ਜਿਹੜੇ ਦੂਜੇ ਲੋਕ ਨੇ ਜਿਹੜੇ ਅਸਫਲ ਹੋਏ ਉਹ ਨਿੰਦਿਆ ਕਰਨ ਲੱਗ ਪੈਂਦੇ ਨੇ। ਤੇ ਗੁਰਬਾਣੀ ਨੇ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਵਾਸਤੇ ਕਹਿੰਦੇ ਨੇ ਸੰਤ ਕਾ ਦੋਖੀ ਇਉਂ ਬਿਲ ਲਾਏ ਜਿਉਂ ਜਲ ਵਿਹੂਨ ਮਛਲੀ ਤੜਫੜਾਏ। ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ,
ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ, ਬੁਰਾ ਚਿਤਵਣ ਵਾਲਾ, ਦੂਜਿਆਂ ਨਾਲ ਮਾੜਾ ਚਿਤਵਣ ਵਾਲਾ ਬੰਦਾ ਇਵੇਂ ਤੜਪਦਾ ਰਹਿੰਦਾ ਹੈ ਜਿਵੇਂ ਜਲ ਤੋਂ ਬਿਨਾਂ ਮਛਲੀ ਤੜਫਦੀ ਰਹਿੰਦੀ ਹੈ। ਉਹਦਾ ਕੋਈ ਟਿਕਾਣਾ ਨਹੀਂ ਹੈਗਾ, ਉਹ ਟਿਕ ਕੇ ਨਹੀਂ ਬੈਠ ਸਕਦਾ। ਜਿਹੜਾ ਬੰਦਾ ਦੂਜਿਆਂ ਦਾ ਬੁਰਾ ਚਿਤਵਣ ਵਾਲਾ ਹੈ ਨਾ, ਉਹ ਟਿਕ ਕੇ ਨਹੀਂ ਬੈਠੇਗਾ ਕਦੀ, ਉਹ ਤੜਫਦਾ ਹੀ ਰਹਿੰਦਾ ਹੈ। ਤੇ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਿਵੇਂ ਪੱਕਾ ਕਿਸੇ ਸਰੀਰ ਦੇ ਵਿੱਚ ਪਸ ਪੈ ਗਈ, ਭਾਵ ਕਿ ਸਰੀਰ ਨੂੰ ਕੋਹੜ ਦਾ ਰੋਗ ਹੋ ਗਿਆ, ਤੇ ਉਹ ਬੰਦਾ ਵਿਲ ਲਾਉਂਦਾ ਰਹਿੰਦਾ, ਤੜਫਦਾ ਰਹਿੰਦਾ ਹੈ, ਉਹਨੂੰ ਸਬਰ ਨਹੀਂ ਮਿਲਦਾ। ਇਵੇਂ ਕਹਿੰਦੇ ਨੇ ਰੱਬ ਦੇ ਨਾਮ ਨੂੰ ਵਿਸਾਰਨ ਵਾਲਾ ਬੰਦਾ ਤੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ ਬੰਦਾ, ਉਹ ਹਮੇਸ਼ਾ ਤਪਦਾ ਹੀ ਰਹਿੰਦਾ ਹੈ, ਹਮੇਸ਼ਾ ਉਹ ਤਪਦਾ ਹੀ ਰਹਿੰਦਾ ਹੈ। ਜਿਉ ਤਪਤ ਹੈ ਬਾਰੋ ਬਾਰ, ਉਹਦਾ ਹਿਰਦਾ ਠੰਡਾ ਨਹੀਂ ਹੁੰਦਾ, ਉਹਦਾ ਅੰਦਰ ਠੰਡਾ ਨਹੀਂ ਹੁੰਦਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ। ਅਸਲ ਦੇ ਵਿੱਚ ਜਿਹੜੇ ਕੁਝ ਕੁ ਕਰਮ ਸੀਗੇ, ਉਹ ਕਰਨ ਦੇ ਨਾਲ ਸਰੀਰ ਨੂੰ ਅਰੋਗਤਾ ਮਿਲਣੀ ਸੀ, ਪਰ ਉਹ ਧਰਮ ਨਾਲ ਜੋੜੇ ਗਏ ਨੇ। ਚੰਦਨ ਦੀ ਮਾਲਾ ਅੱਜ ਵੀ ਤੁਸੀਂ ਵੇਖੋ, ਜਿਹੜੇ ਥੈਰੇਪੀ ਕਰਦੇ ਨੇ, ਉਹ ਸਾਨੂੰ ਕੁਝ ਚੀਜ਼ਾਂ ਦਿੰਦੇ ਨੇ। ਉਹ ਕਹਿੰਦੇ ਨੇ ਆਪਣੀ ਉਂਗਲ ਦੇ ਜਿਹੜੇ ਸਾਹਮਣੇ ਪੋਟੇ ਨੇ ਨਾ, ਇਹਨਾਂ ਨੂੰ ਦਬਾਉਣਾ ਦੇ ਨਾਲ ਸਾਡੇ ਸਰੀਰ ਦੀਆਂ ਜਿਹੜੀਆਂ ਅੰਦਰੂਨੀ ਨਾੜਾਂ ਹੁੰਦੀਆਂ ਨੇ, ਉਹ ਬਲੌਕ ਜਿਹੜੀ ਆ ਉਹ ਚੱਲ ਪੈਂਦੀ ਹੈ ਇਹਨਾਂ ਨੂੰ ਦੱਬਣ ਦੇ ਨਾਲ। ਹੋ ਸਕਦਾ ਹੈ ਮਾਲਾ ਜਿਹੜੀ ਹੈ ਉਹ ਫੇਰਨ ਦੇ ਨਾਲ ਸਾਡੇ ਉਂਗਲਾਂ ਜਿਹੜੀਆਂ ਨੇ, ਸਾਡੇ ਹੱਥਾਂ ਦੇ ਜਿਹੜੇ ਪੋਟੇ ਨੇ, ਉਹਨਾਂ ਦੇ ਉੱਪਰ ਜ਼ਰੂਰ ਅਸਰ ਕਰਦੀ ਹੋਵੇਗੀ। ਉਹ ਮਾਲਾ ਫਿਰ ਫੇਰਨ ਦੇ ਨਾਲ ਸਾਡੇ ਸਰੀਰ ਦੀਆਂ ਦੋ ਹੀ ਮੁੱਖ ਉਂਗਲਾਂ ਨੇ, ਜਿਨ੍ਹਾਂ ਦੇ ਦੱਬਣ ਦੇ ਨਾਲ ਜਦੋਂ ਕਿਤੇ ਗਲਾ ਖਰਾਬ ਹੋਇਆ ਤੇ ਗੂਠੇ ਦੇ ਵਿਚਲਾ ਇਹ ਅੰਗ ਜਿਹੜਾ ਦੱਬੀਏ ਤੇ ਉਹਨਾਂ ਨਾਲ ਗਲਾ ਖੁੱਲ ਜਾਂਦਾ ਹੈ। ਕੁਝ ਕੁ ਕਰਮ ਇਹੋ ਜਿਹੇ ਸੀ ਜਿਨ੍ਹਾਂ ਦੇ ਨਾਲ ਸਰੀਰ ਨੂੰ ਅਰੋਗਤਾ ਮਿਲਣੀ ਸੀ, ਪਰ ਉਹ ਧਰਮ ਨਾਲ ਜੋੜੇ ਗਏ। ਜਿਹੜੀ ਤੁਲਸੀ ਹੈ, ਉਹ ਤੁਲਸੀ ਸਰੀਰ ਦੇ ਵਿੱਚ ਕਈ ਰੋਗਾਂ ਨੂੰ ਕੱਟਦੀ ਹੈ। ਉਹਦਾ ਖਾਧਾ ਜਾਵੇ, ਉਸ ਦਾ ਸੇਵਨ ਕੀਤਾ ਜਾਵੇ ਤੇ ਤੁਲਸੀ ਸਰੀਰ ਦੇ ਵਿੱਚੋਂ ਬਹੁਤ ਸਾਰੇ ਰੋਗ ਕੱਢ ਦਿੰਦੀ ਹੈ। ਔਰ ਹੌਲੀ ਹੌਲੀ ਉਸ ਬੂਟੇ ਨੂੰ ਖਤਮ ਨਾ ਕੀਤਾ ਜਾਵੇ, ਜਾਂ ਉਹ ਕਿਤੇ ਅਲੋਪ ਨਾ ਹੋ ਜਾਵੇ, ਉਹਨੂੰ ਸਾਹਮਣੇ ਰੱਖਿਆ ਗਿਆ ਕਿ ਬਿਲਕੁਲ ਹੀ ਉਹ ਬੂਟਾ, ਉਹ ਦਰਖਤ ਸਾਡੇ ਸਾਹਮਣੇ ਰਵੇ। ਉਹਦੀ ਪਾਲਣਾ ਪੋਸ਼ਣਾ ਕੀਤੀ ਗਈ ਤੇ ਹੌਲੀ ਹੌਲੀ ਜਦੋਂ ਉਹਦੀ ਸੰਭਾਲ ਕੀਤੀ ਗਈ ਤੇ ਆਮ ਲੋਕਾਂ ਨੂੰ ਇਉਂ ਲੱਗਣ ਲੱਗ ਪਿਆ ਵੀ ਸ਼ਾਇਦ ਇਸ ਦਰਖਤ ਦੇ ਵਿੱਚ, ਠੀਕ ਹੈ, ਦਰਖਤ ਕਦੀ ਵੀ ਕੋਈ ਮਾੜਾ ਨਹੀਂ ਹੈ, ਸਾਨੂੰ ਕੁਝ ਨਾ ਕੁਝ ਦਿੰਦੇ ਹੀ ਨੇ, ਸਾਡੇ ਤੋਂ ਕੁਝ ਫਾਇਦਾ ਨਹੀਂ ਚੁੱਕਦੇ, ਸਾਨੂੰ ਫਾਇਦਾ ਦਿੰਦੇ ਨੇ। ਆਕਸੀਜਨ ਸਾਨੂੰ ਮਿਲਦੀ ਹੈ, ਹੋਰ ਕਈ ਸਹੂਲਤਾਂ ਉਹਨਾਂ ਤੋਂ ਮਿਲਦੀਆਂ, ਪਰ ਇਹ ਕੁਦਰਤ ਨਾਲ ਪਿਆਰ ਕਰਨਾ, ਕੁਦਰਤ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਪਰ ਕੁਦਰਤ ਨੂੰ ਪੂਜਣਾ ਇਹ ਇੱਕ ਗਲਤ ਗੱਲ ਹੈ। ਕੁਦਰਤ ਨੂੰ ਪੂਜਿਆ ਨਹੀਂ ਜਾ ਸਕਦਾ। ਕੁਦਰਤ ਦਾ ਸਤਿਕਾਰ ਕਰਨਾ, ਕੁਦਰਤ ਨੂੰ ਪਿਆਰ ਕਰਨਾ ਫਰਜ਼ ਹੈ, ਪਰ ਕੁਦਰਤ ਦੀ ਪੂਜਾ ਕਰਨਾ ਇਹ ਗਲਤ ਹੈ। ਇਸ ਤਰੀਕੇ ਦੇ ਨਾਲ ਹੱਥ ਦੇ ਵਿੱਚ ਮਾਲਾ ਫੇਰਨ ਦਾ ਕੰਮ ਇਹੀ ਸੀਗਾ। ਤੇ ਜਿਹੜਾ ਆਪਾਂ ਚੰਦਨ ਲਾਉਂਦੇ ਆ, ਚੰਦਨ ਹਮੇਸ਼ਾ ਆਪ ਜੀਆਂ ਨੂੰ ਪਤਾ ਵੀ ਠੰਡਾ ਹੁੰਦਾ ਹੈ, ਤੇ ਗੁਰਬਾਣੀ ਨੇ ਗੱਲ ਕੀਤੀ ਹੈ ਵੀ ਬੰਦਾ ਤਪਿਆ ਹੀ ਰਹਿੰਦਾ ਹੈ, ਹਰ ਵੇਲੇ ਹਰ ਵਕਤ ਤਪਿਆ ਹੀ ਰਹਿੰਦਾ। ਕੋਈ ਕਿਸੇ ਦਾ ਕੰਮ ਕਾਜ ਨਹੀਂ ਚੱਲਿਆ, ਕਿਸੇ ਦਾ ਕਾਰੋਬਾਰ ਨਹੀਂ ਚੱਲਿਆ ਤੇ ਬੰਦੇ ਦਾ ਦਿਮਾਗ ਗਰਮ ਹੋ ਗਿਆ। ਸੋ ਇਸ ਕਰਕੇ ਉਹ ਚੰਦਨ ਮੱਥੇ ਤੇ ਤਾਂ ਲਾਇਆ ਜਾਂਦਾ ਸੀ ਵੀ ਉਹਦੇ ਨਾਲ ਤਨ ਨੂੰ, ਮਸਤਕ ਨੂੰ ਠੰਡਕ ਮਿਲਦੀ ਹੈ। ਪਰ ਜਦੋਂ ਹੌਲੀ ਹੌਲੀ ਉਹ ਧਾਰਮਿਕ ਕਰਮ ਜਿਹੜੇ ਨੇ, ਉਹ ਜਦੋਂ ਐਵੇਂ ਲੱਗਦਾ ਵੀ ਜਿਵੇਂ ਜਿਵੇਂ ਅੱਗੇ ਤੁਰੀ ਗਏ, ਤਾਂ ਕਈ ਲੋਕਾਂ ਨੇ ਉਹ ਧਾਰਮਿਕ ਚਿੰਨ੍ਹ ਐਵੇਂ ਧਾਰਨ ਕਰ ਲਏ ਵੀ ਸ਼ਾਇਦ ਰੱਬ ਹੀ ਇਹਨਾਂ ਰਾਹੀਂ ਪ੍ਰਾਪਤ ਹੁੰਦਾ ਹੈ, ਸ਼ਾਇਦ ਪਰਮਾਤਮਾ ਹੀ ਇਹਨਾਂ ਰਾਹੀਂ ਪ੍ਰਾਪਤ ਹੁੰਦਾ ਹੈ। ਇਸ ਤਰੀਕੇ ਦੇ ਨਾਲ ਲੋਕ ਕਰਨ ਲੱਗ ਪਏ ਹਨ। ਅੱਜ ਵੀ ਸਿੱਖਾਂ ਦੇ ਵਿੱਚ ਵੀ ਇਹੀ ਕਰਮ ਹੈ। ਕਈ ਕਰਮ ਉਹ ਵਿਚਾਰੇ ਫੋਕਟ ਦੇ ਵਿੱਚ ਹੀ ਕਰੀ ਜਾਂਦੇ ਨੇ, ਅਜਾਈਂ ਕਰੀ ਜਾਂਦੇ ਨੇ, ਬਿਲਕੁਲ ਅਜਾਈਂ। ਕਿ ਜਦੋਂ ਕਿ ਅਸੀਂ ਗੁਰਬਾਣੀ ਨੂੰ ਪੜ੍ਹਨਾ ਹੈ, ਵਿਚਾਰਨਾ ਹੈ, ਸਰਵਣ ਕਰਨਾ ਹੈ, ਤੇ ਗੁਰਬਾਣੀ ਨੂੰ ਅਸੀਂ ਸਾਰੀ ਗੁਰਬਾਣੀ ਨੂੰ ਪੜ੍ਹਨਾ ਹੈ, ਉਹ ਕੀ ਕਰਦੇ ਨੇ, ਉਹ ਕੁਝ ਕੁ ਬਾਣੀਆਂ ਨੂੰ ਚੁਣ ਲੈਂਦੇ ਨੇ। ਫਿਰ ਉਹ ਕਹਿੰਦੇ ਨੇ ਵੀ ਵੱਖ ਵੱਖ ਬਾਣੀ ਚੁਣ ਲਈ, ਦੁੱਖ ਭੰਜਨੀ ਸਾਹਿਬ ਬਾਣੀ ਵੱਖਰੀ ਚੁਣ ਲਈ,
ਸੁਖਮਨੀ ਸਾਹਿਬ ਬਾਣੀ ਵੱਖਰੀ ਕਰ ਲਈ, ਚੌਪਈ ਸਾਹਿਬ ਬਾਣੀ ਵੱਖਰੀ ਕਰ ਲਈ, ਜਪਜੀ ਸਾਹਿਬ ਵੱਖਰਾ ਕਰ ਲਿਆ, ਪਰ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਕਦੀ ਕਿਸੇ ਨੇ ਵਿਚਾਰਿਆ ਹੀ ਨਹੀਂ ਹੈ, ਕਦੀ ਕਿਸੇ ਨੇ ਨਹੀਂ ਵਿਚਾਰਿਆ। ਬਹੁਤ ਘੱਟ ਲੋਕ ਹੋਣਗੇ। ਜੇ ਅਸੀਂ ਕਰੀਏ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਕਿਉਂ ਨਹੀਂ ਪੜ੍ਹਦੇ, ਕਿਉਂ ਬਾਣੀ ਨੂੰ ਨਹੀਂ ਪੜ੍ਹਦੇ, ਉਹ ਕਹਿਣ ਲੱਗੇ ਸਾਡੇ ਕੋਲ ਸਮਾਂ ਨਹੀਂ ਹੈਗਾ, ਸਾਡੇ ਤੋਂ ਸਮਾਂ ਨਹੀਂ ਨਿਕਲਦਾ, ਸਾਡੇ ਕੋਲ ਟਾਈਮ ਨਹੀਂ ਹੈਗਾ। ਤੇ ਉਹ ਲੋਕ ਫਿਰ ਸਾਨੂੰ ਇਹ ਜਦੋਂ ਹਾਰ ਜਾਂਦਾ ਬੰਦਾ, ਉਹ ਇਹੀ ਗੱਲ ਕਹਿ ਦਿੰਦੇ ਨਹੀਂ ਵੀ ਧਰਮ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਰੱਬ ਹੈ ਨਹੀਂ, ਰੱਬ ਪਰਮਾਤਮਾ ਹੈ ਨਹੀਂ, ਕਿਉਂਕਿ ਮੌਤ ਪੱਕੀ ਹੈ ਤੇ ਹਰ ਘਰ ਦੇ ਵਿੱਚ ਇਹਦਾ ਆਵਾਜ਼ਾ ਹੈ, ਹਰ ਘਰ ਦੇ ਵਿੱਚ ਇਹਦਾ ਸੁਨੇਹਾ ਪਹੁੰਚਣਾ ਹੈ। ਤੇ ਬੰਦਾ ਇੰਨੀ ਕੁ ਗੱਲ ਕਹਿ ਦਿੰਦਾ ਵੀ ਕਹਿੰਦਾ ਰੱਬ ਨੇ ਤਾਂ ਮੇਰੀ ਸੁਣੀ ਨਹੀਂ, ਸਾਡੇ ਘਰ ਅਣਚਾਹੀ ਮੌਤ ਹੋ ਗਈ, ਇਸ ਕਰਕੇ ਰੱਬ ਹੈਗਾ ਨਹੀਂ ਹੈ, ਰੱਬ ਹੈ ਨਹੀਂ ਹੈ। ਮੈਨੂੰ ਘਾਟਾ ਪੈ ਗਿਆ, ਮੈਂ ਜਾ ਕੇ ਰੱਬ ਦੇ ਅੱਗੇ ਬੇਨਤੀਆਂ ਕੀਤੀਆਂ, ਰੱਬ ਅੱਗੇ ਹੱਥ ਜੋੜੇ, ਪਰ ਗੱਲ ਨਹੀਂ ਬਣੀ, ਰੱਬ ਹੈ ਨਹੀਂ ਹੈ। ਜਿਹਨੂੰ ਨੌਕਰੀ ਨਾ ਲੱਭੀ ਉਹ ਕਹਿੰਦਾ ਮੈਂ ਰੱਬ ਅੱਗੇ ਹੱਥ ਜੋੜੇ, ਗੱਲ ਬਣੀ ਨਹੀਂ, ਰੱਬ ਹੈਗਾ ਨਹੀਂ ਹੈ। ਤੇ ਇਹ ਜਿਹੜਾ ਪੇਪਰਾਂ 'ਚੋਂ ਪਾਸ ਨਹੀਂ ਹੋਇਆ ਉਹਦੇ ਬੱਚੇ ਵਾਸਤੇ ਵੀ ਰੱਬ ਹੈਗਾ ਹੀ ਨਹੀਂ ਹੈ। ਰੱਬ ਹੈਗਾ ਨਹੀਂ ਹੈ ਇਹ ਸ਼ਬਦ ਉਹ ਵਰਤਦੇ ਨੇ ਜਿਹੜੇ ਹਾਰ ਚੁੱਕੇ ਨੇ, ਜਿਹੜੇ ਹਾਰ ਗਏ, ਜਿਹੜੇ ਰੱਬ ਤੱਕ ਪਹੁੰਚ ਹੀ ਨਾ ਸਕੇ। ਕਿਉਂਕਿ ਪਹਿਲੀ ਗੱਲ ਸਾਨੂੰ ਗੁਰਬਾਣੀ ਨੇ ਕਿਹਾ ਵੀ ਇਸ਼ਨਾਨ ਕਰਕੇ, ਸਾਨੂੰ ਅੱਜ ਸਾਰੇ ਕਹਿੰਦੇ ਨੇ ਨਾ ਵੀ ਇਸ਼ਨਾਨ ਕਰਕੇ ਰੱਬ ਜਪਜੀ ਸਾਹਿਬ ਦਾ ਪਾਠ, ਗੁਰਬਾਣੀ ਇਸ਼ਨਾਨ ਕਰਕੇ ਪੜ੍ਹਨੀ ਚਾਹੀਦੀ ਹੈ, ਪਰ ਗੁਰਬਾਣੀ ਦੇ ਵਿੱਚ ਤਾਂ ਇਹ ਲਿਖਿਆ ਵੀ ਇਸ਼ਨਾਨ ਦੀ ਕੋਈ ਮਹੱਤਤਾ ਨਹੀਂ ਹੈਗੀ, ਪੜ੍ਹਨ ਦੀ ਮਹੱਤਤਾ ਹੈ। ਫਿਰ ਅਸੀਂ ਓਬੇਸਲੀ ਹੋ ਜਾਵਾਂਗੇ ਨਾ ਵੀ ਅਸੀਂ ਤਾਂ ਇਸ਼ਨਾਨ ਕਰਕੇ ਆਏ ਤੇ ਇੱਥੇ ਤਾਂ ਗੱਲ ਹੀ ਉਲਟ ਹੋ ਗਈ। ਫਿਰ ਅਸੀਂ ਕਹਿੰਦੇ ਅੱਖਾਂ ਬੰਦ ਕਰਕੇ ਰੱਬ ਜੀਆਂ ਦਾ ਸਿਮਰਨ ਕਰਨਾ ਚਾਹੀਦਾ ਹੈ, ਅੱਖਾਂ ਬੰਦ ਕਰਕੇ। ਪਰ ਗੁਰਬਾਣੀ ਕਹਿੰਦੀ ਹੈ ਕਿ ਅੱਖਾਂ ਬੰਦ ਤਾਂ ਕੀਤੀਆਂ ਤੇ ਇਹ ਤਾਂ ਬਗਲੇ ਦੀ ਸਮਾਧੀ ਹੈ। ਬਗਲਾ ਵੀ ਅੱਖਾਂ ਬੰਦ ਕਰਕੇ ਬੈਠਦਾ ਹੈ ਤੇ ਉਹ ਜਦੋਂ ਉਹਦੇ ਪੈਰ ਨਾਲ ਕੋਈ ਡੱਡੀ ਮੱਛੀ ਲੱਗਦੀ ਹੈ ਤੇ ਚਪਟ ਮਾਰ ਕੇ ਉਹਨੂੰ ਖਾ ਜਾਂਦਾ ਹੈ। ਘੁੱਟ-ਘੁੱਟ ਜੀਵਾਂ ਖਾਵਣੇ ਬੱਗੇ ਨਾ ਕਹੀਨ, ਕਿ ਜੀਆਂ ਨੂੰ ਮਾਰ-ਮਾਰ ਕੇ ਖਾਣਾ, ਉਹਨਾਂ ਨੂੰ ਬਗਲੇ ਭਗਤ ਆਖਿਆ ਜਾ ਸਕਦਾ, ਭਗਤ ਨਹੀਂ ਆਖਿਆ ਜਾ ਸਕਦਾ। ਅਸੀਂ ਫੇਰ ਫਸ ਗਏ। ਫਿਰ ਅਸੀਂ ਮਾਲਾ ਹੱਥ ਦੇ ਵਿੱਚ ਫੜੀ ਤੇ ਇੱਥੇ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਮੈਨੂੰ ਵੱਖਰੀ ਮਾਲਾ ਫੜਨ ਦੀ ਲੋੜ ਨਹੀਂ, ਮੇਰੀ ਰਸਨਾ ਹੀ ਮਾਲਾ ਦਾ ਕੰਮ ਕਰਦੀ ਹੈ। ਮੈਂ ਰੱਬ ਦਾ ਨਾਮ ਜਪਦਾ, ਰਾਮ ਰਾਮ ਕਰਦਾ ਤੇ ਇਹੀ ਮੇਰੀ ਮਾਲਾ ਹੈ। ਅਸੀਂ ਮਾਲਾ ਵੀ ਛੱਡ ਦਿੱਤੀ। ਫਿਰ ਇੱਥੋਂ ਅੱਕ ਗਏ ਨਾ। ਉਸ ਤੋਂ ਬਾਅਦ ਅਸੀਂ ਗੁਰੂ ਅੱਗੇ ਮੱਥਾ ਟੇਕਿਆ, ਸੀਸ ਨਿਵਾਇਆ, ਬਾਰ-ਬਾਰ ਨੱਕ ਰਗੜਿਆ ਤੇ ਗੁਰਬਾਣੀ ਨੇ ਇਹ ਗੱਲ ਕਹਿ ਦਿੱਤੀ ਕਿ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮੇਰੇ ਗਾਹੇ, ਕਹਿੰਦੇ ਨੇ ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕਸੁਦੇ ਜਾਏ। ਜਿਹੜਾ ਹਿਰਨ ਦਾ ਸ਼ਿਕਾਰ ਕਰਦਾ ਕਹਿੰਦੇ ਉਹ ਤਾਂ ਬੜਾ ਲੰਮਾ ਪੈ ਜਾਂਦਾ, ਸਾਰੀ ਡੰਡੌਤ ਕਰਦਾ ਉਹ ਲੰਮਾ ਪੈ ਕੇ। ਸੀਸ ਨਿਵਾਈਏ ਕਿਆ ਥੀਏ, ਸੀਸ ਨਿਵਾਉਣ ਦੇ ਨਾਲ ਕੀ ਹੋਏਗਾ, ਜਿੱਦ ਹਿਰਦੇ ਦੇ ਵਿੱਚ ਕਸੁੱਧ ਹੋਏਗੀ, ਹਿਰਦੇ ਦੇ ਵਿੱਚ। ਤੇ ਜਿਹੜਾ ਬੰਦਾ ਹਰੀ ਹਰੀ ਰੱਬ ਰੱਬ ਕਰਦਾ ਪਿਆ ਹੋਵੇ ਹਰ ਵਕਤ, ਅਸੀਂ ਕਹਿੰਦੇ ਵੀ ਬਹੁਤ ਬਾਣੀ ਪੜ੍ਹਦਾ ਜੀ, ਰੱਬ ਰੱਬ ਕਰਦਾ ਹੈ। ਗੁਰਬਾਣੀ ਨੇ ਉਹਦੇ ਲਈ ਵੀ ਫਰਮਾਨ ਜਾਰੀ ਕਰ ਦਿੱਤਾ, ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ। ਕਹਿੰਦੇ ਹਰ ਹਰ ਕੀਤਾ ਪਰ ਕਪਟ ਵੀ ਕਰਦਾ ਰਿਹਾ ਬੰਦਾ, ਇਸ ਤਰੀਕੇ ਨਾਲ ਹਿਰਦਾ ਸ਼ੁੱਧ ਨਹੀਂ ਹੋਏਗਾ। ਹੁਣ ਬੰਦਾ ਆਪਣੇ ਆਪ ਹੀ ਆਖੇਗਾ ਵੀ ਨਹੀਂ, ਰੱਬ ਵਰਗੀ ਕੋਈ ਚੀਜ਼ ਨਹੀਂ ਹੈਗੀ, ਮੈਂ ਜਿਹੜਾ ਹੀ ਕੰਮ ਕਰਦਾ ਉਸੇ ਨੂੰ ਰੱਬ ਜੀ ਟੁੱਠਲਾ ਦਿੰਦੇ ਨੇ, ਜਿਹੜੇ ਮਾਰਗ ਤੇ ਚੱਲਦਾ ਉਸੇ ਨੂੰ ਰੱਬ ਕਹਿ ਦਿੰਦੇ ਨੇ। ਗੁਰਬਾਣੀ ਕਹਿ ਦਿੰਦੀ ਨਹੀਂ, ਇਹ ਸਹੀ ਨਹੀਂ ਹੈਗਾ। ਅਸਲ ਦੇ ਵਿੱਚ ਇਹ ਸਾਨੂੰ ਗੁਰਬਾਣੀ ਸਿੱਧੀ ਕਰਕੇ ਸਿੱਧਾ ਤੋਰਨਾ ਚਾਹੁੰਦੀ ਹੈ। ਕਿਉਂ? ਕਿਉਂਕਿ ਗੁਰਬਾਣੀ ਕਹਿੰਦੀ ਹੈ ਜਿਨ੍ਹਾਂ ਨੇ ਰੱਬ ਨੂੰ ਲੱਭਣਾ ਹੈ ਨਾ, ਉਹਨਾਂ ਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਪੈ ਸਕਦੀ। ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਤ ਸਿਓ ਪ੍ਰਗਟ ਜਾਏ। ਠਾਕ ਦਾ ਅਰਥ ਹੁੰਦਾ ਹੈ ਉਹਨਾਂ ਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਹੋ ਸਕਦੀ, ਕੋਈ ਰੁਕਾਵਟ ਨਹੀਂ ਪਾ ਸਕਦਾ। ਇਹੋ ਜਿਹੇ ਕਰਮ ਤਾਂ ਕੀ ਉਹਨਾਂ ਦੇ ਰਸਤੇ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਰੁਕਾਵਟ ਨਹੀਂ ਹੋ ਸਕਦੀ, ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਰੁਕਾਵਟ ਨਹੀਂ ਉਹਨਾਂ ਨੂੰ ਪਾ ਸਕਦਾ ਰਸਤੇ ਦੇ ਵਿੱਚ। ਉਹ ਜਿੱਤੇ ਨੇ, ਉਹਨਾਂ ਨੇ ਰੱਬ ਨੂੰ ਲੱਭਣਾ ਹੀ ਲੱਭਣਾ ਹੈ, ਉਹਨਾਂ ਨੇ ਪ੍ਰਾਪਤ ਕਰਨਾ ਹੀ ਕਰਨਾ ਹੈ। ਇਸ ਕਰਕੇ ਜਿਨ੍ਹਾਂ ਨੇ ਪਰਮਾਤਮਾ ਨੂੰ ਲੱਭਣਾ ਹੈ ਉਹ ਸਿੱਧਾ ਹੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਦੇ ਨੇ, ਪਰਮਾਤਮਾ ਨੂੰ ਜਪਦੇ ਨੇ, ਰੱਬ ਦਾ ਨਾਮ ਜਪਦੇ ਨੇ। ਉਹਨਾਂ ਦੇ ਨਾਲ ਬਾਹਰੀ ਪਖੰਡਾਂ ਦੇ ਨਾਲ ਕੋਈ ਵਾਸਤਾ ਨਹੀਂ ਹੁੰਦਾ, ਕੋਈ ਉਹਨਾਂ ਦਾ ਇਹਨਾਂ ਬਾਹਰੀ ਪਖੰਡਾਂ ਦੇ ਕਰਮਾਂ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੁੰਦਾ ਉਹਨਾਂ ਦਾ। ਇਸ ਕਰਕੇ ਗੁਰਬਾਣੀ ਕਹਿੰਦੀ ਹੈ ਫਿਰ ਜਿਹੜਾ ਬੰਦਾ ਰੱਬ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਜਿਹਨੇ ਰੱਬ ਨੂੰ ਨਹੀਂ ਪ੍ਰਾਪਤ ਕੀਤਾ ਹੁੰਦਾ, ਫਿਰ ਉਸ ਭਗਤ ਬੰਦੇ ਦੀ ਆਮ ਲੋਕ ਨਿੰਦਿਆ ਕਰਨ ਲੱਗ ਪੈਂਦੇ ਨੇ। ਫਿਰ ਇੰਨਾ ਜ਼ੋਰ ਲਾਉਂਦੇ ਨੇ
ਕਹਿੰਦੇ ਨੇ ਇੰਨਾ ਕੁ ਆਪਣੇ ਆਪ ਨੂੰ ਤੜਫੜਾਉਂਦੇ ਨੇ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ। ਹੁਣ ਮੱਛੀ ਕਿੰਨੇ ਤੜਫਦੀ, ਬਹੁਤ ਜ਼ਿਆਦਾ ਤੜਫਦੀ ਹੈ। ਨਿੰਦਕ ਬੰਦਾ ਵੀ, ਦੋਸ਼ੀ ਬੰਦਾ ਵੀ, ਭੈੜੇ ਕਰਮ ਕਰਨ ਵਾਲਾ ਬੰਦਾ ਵੀ ਧਾਰਮਿਕ ਬੰਦਿਆਂ ਦੇ ਨਾਲ ਇਵੇਂ ਹੀ ਰੁੱਝਦਾ ਹੈ, ਇਵੇਂ ਹੀ ਉਹਨਾਂ ਦੇ ਨਾਲ ਈਰਖਾ ਕਰਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸੰਤ ਕਾ ਦੋਖੀ ਭੂਖਾ ਨਹੀਂ ਰਾਜੇ। ਉਹ ਹਮੇਸ਼ਾ ਇਹ ਕਹੀ ਜਾਂਦਾ ਰੱਬ ਨੇ ਦਿੱਤਾ ਹੀ ਕੁਛ ਨਹੀਂ ਹੈ, ਰੱਬ ਜੀਆਂ ਨੇ ਦਿੱਤਾ ਹੀ ਕੁਛ ਨਹੀਂ ਹੈ। ਪਰ ਗੁਰਬਾਣੀ ਕੁਝ ਹੋਰ ਕਹਿੰਦੀ ਹੈ। ਗੁਰਬਾਣੀ ਕਹਿੰਦੀ ਹੈ ਕੇਤਿਆਂ ਦੁੱਖ ਭੂਖ ਸਦ ਮਾਰ। ਇੱਕ ਬੰਦਾ ਕਹਿ ਰਿਹਾ ਹੈ ਰੱਬ ਜੀਆਂ ਨੇ ਮੈਨੂੰ ਦਿੱਤਾ ਹੀ ਕੁਝ ਨਹੀਂ ਹੈ, ਮੇਰੇ ਕੋਲ ਕੁਝ ਵੀ ਨਹੀਂ ਹੈਗਾ। ਪਰ ਗੁਰਬਾਣੀ ਕਹਿੰਦੀ ਕੁਝ ਲੋਕ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਰੱਬ ਦੇ ਦਿੱਤੇ ਹੋਏ ਦੁੱਖਾਂ ਨੂੰ ਵੀ ਲੈ ਕੇ ਧੰਨਵਾਦ ਕਰਦੇ ਨੇ। ਸਦਾ ਹੀ ਉਹਨਾਂ ਨੂੰ ਮਾਰ ਪੈਂਦੀ ਹੈ। ਚਲੋ ਸਾਨੂੰ ਤਾਂ ਦੁੱਖ ਅੱਜ ਮਿਲਿਆ ਹੋਏਗਾ, ਪਿੱਛੇ ਅਸੀਂ ਸੁੱਖ ਭੋਗ ਕੇ ਆਏ ਹੋਵਾਂਗੇ। ਜੇ ਸੁੱਖ ਭੋਗਿਆ, ਅੱਜ ਦੁੱਖ ਭੋਗਿਆ, ਤੇ ਅੱਜ ਅਸੀਂ ਸੁੱਖ ਭੋਗ ਰਹੇ ਹੋਵਾਂਗੇ। ਪਰ ਗੁਰਬਾਣੀ ਕਹਿੰਦੀ ਕੇਤਿਆਂ ਦੁੱਖ ਭੂਖ ਸਦ ਮਾਰ। ਕਈਆਂ ਬੰਦਿਆਂ ਨੂੰ ਸਦਾ ਹੀ ਮਾਰ ਪੈਂਦੀ ਆਈ ਦੁੱਖਾਂ ਦੀ ਤੇ ਭੁੱਖ ਦੀ। ਨਾ ਕੋਈ ਰਿਜ਼ਕ ਵੀ ਨਾ ਪਹੁੰਚਿਆ, ਦੁੱਖ ਵੀ ਬੜੇ ਲੱਗ ਗਏ ਸਰੀਰ ਨੂੰ, ਬੜੇ ਹੀ ਦੁੱਖ ਆ ਗਏ। ਤੇ ਉਹ ਫਿਰ ਵੀ ਧੰਨਵਾਦ ਕਰਦੇ ਨੇ। ਕੀ ਕਹਿੰਦੇ ਨੇ ਮਹਾਰਾਜ, ਇਹ ਪੇ ਦਾਤ ਤੇਰੀ ਦਾਤਾਰ। ਫਿਰ ਰੱਬ ਜੀ ਇਹ ਵੀ ਤੇਰੇ ਵੱਲੋਂ ਬਖਸ਼ਿਸ਼ ਕੀਤੀ ਹੋਈ ਦਾਤਾਰ ਹੈ, ਇੱਕ ਦਾਤ ਹੈ। ਤੂੰ ਸਾਨੂੰ ਇਹ ਦਾਤ ਦਿੱਤੀ ਹੈ, ਅਸੀਂ ਇਹਨੂੰ ਹੱਸ ਕੇ ਕਬੂਲ ਕੀਤਾ ਹੈ। ਕਹਿੰਦੇ ਨੇ ਇਹ ਬੰਦਾ ਫਿਰ ਇਉਂ ਭੁੱਖਾ ਭੁੱਖਾ ਆਪਣੇ ਆਪ ਨੂੰ ਕਰਦਾ, ਰੱਬ ਨੇ ਦਿੱਤਾ ਕੋਈ ਨਹੀਂ ਹੈ। ਜਿਉਂ ਪਾਵਕ ਇੰਦ ਨਹੀਂ ਤਰਾਪੇ, ਜਿਵੇਂ ਅੱਗ ਜਿਹੜੀ ਹੈ ਉਹ ਲੱਕੜਾਂ ਨੂੰ ਸਾੜ ਕੇ ਰੱਜਦੀ ਨਹੀਂ ਹੈ। ਉਹ ਜਿੰਨੀਆਂ ਮਰਜ਼ੀ ਉਹਦੇ ਵਿੱਚ ਲੱਕੜਾਂ ਅੱਗ ਦੇ ਵਿੱਚ ਸੁੱਟੀ ਜਾਵੋ, ਉਹਨੇ ਸਾਰੀਆਂ ਸਾੜ ਕੇ ਸਵਾਹ ਕਰ ਦੇਣੇ। ਅੱਗ ਨੇ ਇਹ ਨਹੀਂ ਆਖਣਾ ਵੀ ਨਹੀਂ ਹੁਣ ਮੈਂ ਰੱਜ ਗਈ ਹਾਂ, ਹੁਣ ਮੈਂ ਇਹਨਾਂ ਨੂੰ ਸਾੜਾਂਗਾ। ਨਹੀਂ, ਭੁੱਖਾ ਬੰਦਾ ਵੀ, ਰੱਬ ਦੇ ਨਾਮ ਤੋਂ ਅਵੇਸਲਾ ਬੰਦਾ ਵੀ ਇਵੇਂ ਦੀਆਂ ਗੱਲਾਂ ਕਰਦਾ, ਉਹ ਰੱਜਦਾ ਨਹੀਂ ਹੈ। ਸੰਤ ਕਾ ਦੋਖੀ ਛੁੱਟੇ ਉਕੇਲਾ। ਕਹਿੰਦੇ ਨੇ ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਨਾ, ਉਹ ਇਕੱਲਾ ਰਹਿ ਜਾਂਦਾ ਹੈ। ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ। ਕਹਿੰਦੇ ਜਿਵੇਂ ਤਿਲ ਦਾ ਬੂਟਾ ਹੋਵੇ ਤੇ ਉਹਦੇ ਵਿੱਚ ਤਿਲ ਨਾ ਹੋਣ, ਜਿਹਦੇ ਵਿੱਚੋਂ ਤੇਲ ਨਿਕਲਦਾ ਹੈ ਤਿਲ ਦਾ, ਉਹਦੇ ਵਿੱਚੋਂ ਤੇਲ ਨਾ ਆਵੇ। ਤੇ ਕਹਿੰਦੇ ਨੇ ਉਸ ਤਿਲ ਨਾ ਹੋਵੇ, ਸੜੇ ਹੋਏ ਬੂਟੇ ਨੂੰ ਫਿਰ ਖੇਤ ਦੇ ਵਿੱਚ ਹੀ ਸੁੰਨਾ ਛੱਡ ਦਿੱਤਾ ਜਾਂਦਾ, ਉਹਦੀ ਕਦਰ ਨਹੀਂ ਪੈਂਦੀ। ਸੋ ਇਵੇਂ ਇਸ ਬੰਦੇ ਦੇ ਅੰਦਰ ਰੱਬ ਦੀ ਇਬਾਦਤ, ਰੱਬ ਦਾ ਨਾਮ ਨਾ ਹੋਵੇ, ਦਇਆ ਨਾ ਹੋਵੇ, ਤੇ ਇਕੱਲਾ ਹੀ ਰਹਿ ਜਾਂਦਾ। ਫਿਰ ਇਹਦੇ ਨਾਲ ਕੋਈ ਤੁਰਦਾ ਨਹੀਂ ਹੈ। ਸੰਤ ਕਾ ਦੋਖੀ ਧਰਮ ਤੇ ਰਹਿਤ। ਅਸਲ ਗੱਲ ਗੁਰਬਾਣੀ ਨੇ ਦੱਸ ਦਿੱਤੀ ਵੀ ਧਰਮ ਤੋਂ ਰਹਿਤ ਹੁੰਦਾ ਹੈ। ਰੱਬ ਦੇ ਨਿੰਦਿਆ ਕਰਨ ਵਾਲਾ, ਰੱਬ ਦੇ ਪਿਆਰਿਆਂ ਦੀ ਜਾਂ ਕੁਦਰਤ ਦੀ ਨਿੰਦਿਆ ਕਰਨ ਵਾਲਾ, ਲੋਕਾਂ ਦੀ ਨਿੰਦਿਆ ਕਰਨ ਵਾਲਾ ਬੰਦਾ ਧਰਮ ਤੋਂ ਰਹਿਤ ਹੁੰਦਾ ਹੈ। ਉਹ ਧਰਮੀ ਨਹੀਂ ਹੁੰਦਾ, ਭਾਵੇਂ ਲਿਬਾਸ ਧਰਮ ਵਾਲਾ ਪਾਇਆ ਹੋਵੇ ਨੇ, ਉਹ ਅਧਰਮੀ ਹੁੰਦਾ ਹੈ। ਇਸ ਕਰਕੇ ਗੁਰਬਾਣੀ ਕਹਿੰਦੀ ਸੰਤ ਕਾ ਦੋਖੀ ਸਦ ਮਿਥਿਆ ਕਹਿਤ। ਮਿਥਿਆ ਦਾ ਅਰਥ ਹੁੰਦਾ ਹੈ ਉਹ ਹਮੇਸ਼ਾ ਝੂਠ ਹੀ ਬੋਲਦਾ ਰਹੇਗਾ, ਹਮੇਸ਼ਾ ਝੂਠ ਹੀ ਬੋਲਦਾ ਰਹੇਗਾ। ਕਿ ਧਾਰਮਿਕ ਲੋਕ ਵੀ ਭਾਵੇਂ ਉਹਨੇ ਲਿਬਾਸ ਪਹਿਨਿਆ ਹੋਵੇ ਧਰਮ ਵਾਲਾ, ਭਾਵੇਂ ਉਹ ਝੂਠਾ ਹੀ ਹੁੰਦਾ ਹੈ, ਉਹ ਝੂਠ ਹੀ ਮਾਰਦਾ ਰਹਿੰਦਾ ਹੈ ਹਮੇਸ਼ਾ। ਕਿਰਤ ਨਿੰਦਕ ਕਾ ਧੁਰੀ ਪਿਆ। ਕਹਿੰਦੇ ਨੇ ਇਹ ਤਾਂ ਹੁਣ ਕਿਰਤੀ ਬਣ ਗਈ ਨਿੰਦਕ ਦੀ, ਨਿੰਦਿਆ ਕਰਨਾ ਉਹਦਾ ਇੱਕ ਕਰਮ ਹੀ ਬਣ ਗਿਆ। ਤੇ ਸਤਿਗੁਰੂ ਜੀ ਕਹਿੰਦੇ ਨਾਨਕ ਜੋ ਤਿਸ ਭਾਵੇ ਸੋਈ ਥਿਆ। ਇਹ ਰੱਬ ਜੀ ਹੁਣ ਤੂੰ ਹੀ ਉਹਨੂੰ ਸਵਾਰ ਸਕਦਾ ਹੈ, ਤੇਰੇ ਤੋਂ ਬਿਨਾਂ ਉਹਦੀ ਕੋਈ ਰੱਖਿਆ ਕਰਨ ਵਾਲਾ ਨਹੀਂ ਹੈਗਾ। ਤੂੰ ਹੀ ਕਿਰਪਾ ਕਰ ਸਕਦਾ ਹੈ ਤੇ ਹੋ ਸਕਦਾ ਉਹ ਨਿੰਦਿਆ ਕਰਨ ਵਾਲਾ ਬੰਦਾ ਸੁਧਰ ਜਾਵੇ, ਸਹੀ ਹੋ ਜਾਵੇ, ਹੋਰ ਉਹਦਾ ਕੋਈ ਵੀ ਨਹੀਂ ਹੈਗਾ। ਇਸ ਕਰਕੇ ਤੇਰੇ ਅੱਗੇ ਅਰਦਾਸ ਹੈ ਕਿ ਉਸ ਨਿੰਦਕ ਨੂੰ ਵੀ ਕਿਰਪਾ ਕਰਕੇ ਆਪਣੇ ਨਾਲ ਨਾਲ ਜੋੜੋ। ਸਤਿਗੁਰੂ ਜੀ ਕਿਰਪਾ ਕਰਨ ਸਾਡੇ ਸਾਰੇ ਜੀਵਾਂ ਦੇ ਉੱਪਰ, ਸਾਨੂੰ ਨਾਮ ਦੀਆਂ ਦਾਤਾਂ ਬਰਕਤਾਂ ਪਾ ਕੇ ਨਿਵਾਜਨ, ਦੇਹ ਰੋਗਤਾ ਦੀਆਂ ਦਾਤਾਂ, ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨ, ਤਾਂ ਕਿ ਅਸੀਂ ਵੀ ਗੁਰਬਾਣੀ ਨੂੰ ਪੜ੍ਹ ਵਿਚਾਰ ਸੁਣੀਏ ਅਤੇ ਸੱਚੇ ਮਾਰਗ ਤੇ ਚੱਲ ਸਕੀਏ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।